ਤੁਸੀਂ ਦੇਖ ਰਹੇ ਹੋ 27 ਨਿਊਜ਼ ਤੇ ਮੈਂ ਹਾਂ ਅਨੂਪ ਬੈਂਸ। ਪੰਜਾਬ ਦੇ ਵਿੱਚ ਮੌਸਮ ਨੇ ਆਪਣੀ ਕਰਵਟ ਬਦਲ ਲਈ ਹੈ ਔਰ ਠੰਡ ਨੇ ਵੀ ਦਸਤਕ ਦੇ ਦਿੱਤੀ ਹੈ, ਪਰ ਇਸ ਠੰਡ ਦੇ ਨਾਲ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹਨੇ ਥੰਮਣ ਦਾ ਨਾਂ ਨਹੀਂ ਲਿਆ, ਬਲਕਿ ਕਿਸਾਨਾਂ ਦਾ ਸੰਘਰਸ਼ ਜਿਹੜਾ ਹੋਰ ਤੇਜ਼ ਹੋ ਗਿਆ। ਕਿਉਂਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਕਾਫੀ ਜਿਹੜੇ ਸ਼ਹਿਰੀ ਤਬਕੇ ਦੇ ਲੋਕ ਨੇ ਉਹਨਾਂ ਨੇ ਵੀ ਆਪਣਾ ਮੋਢਾ ਜਿਹੜਾ ਕਿਸਾਨਾਂ ਦੇ ਮੋਢੇ ਨਾਲ ਜੋੜ ਦਿੱਤਾ ਔਰ ਇਸ ਸੰਘਰਸ਼ ਦਾ ਹਿੱਸਾ ਬਣੇ ਨੇ। ਔਰ ਇਹ ਸੰਘਰਸ਼ ਜਿਹੜਾ 3 ਆਰਡੀਨੈਂਸ ਪਾਸ ਕੀਤੇ ਗਏ ਨੇ ਕੈਬਨਿਟ ਵੱਲੋਂ, ਭਾਰਤ ਸਰਕਾਰ ਵੱਲੋਂ, ਉਹਨਾਂ ਦੇ ਵਿਰੋਧ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਕਾਫੀ ਬਜ਼ੁਰਗ ਜਿਹੜੇ ਨੇ ਇਸ ਵੇਲੇ ਰਾਤ ਨੂੰ ਵੀ ਇੱਥੇ ਪਹੁੰਚੇ ਹੋਏ ਨੇ ਔਰ ਸਮਾਂ ਤਕਰੀਬਨ ਰਾਤ ਦਾ 12 ਵਜੇ ਦਾ ਹੈ। ਔਰ ਤਸਵੀਰਾਂ 'ਚ ਤੁਹਾਨੂੰ ਲਗਾਤਾਰ ਮੈਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਜਿਹੜੇ ਬਜ਼ੁਰਗ ਨੇ ਆਪਣੇ ਘਰਾਂ ਨੂੰ ਛੱਡ ਕੇ, ਇੱਕ ਆਰਾਮਦਾਈ ਜ਼ਿੰਦਗੀ ਛੱਡ ਕੇ ਆਪਣੇ ਸੰਘਰਸ਼ ਜਾਰੀ ਰੱਖਣ ਦੇ ਲਈ ਇੱਥੇ ਸੜਕਾਂ ਦੇ ਉੱਤੇ ਜਿਹੜਾ ਪਏ ਹੋਏ ਨੇ ਔਰ ਸਰਕਾਰਾਂ ਦੇ ਵਿਰੋਧ ਦੇ ਵਿੱਚ ਜਿਹੜਾ ਡਟੇ ਹੋਏ ਨੇ। ਕਿਉਂਕਿ ਸਰਕਾਰਾਂ ਦਾ ਜਿਹੜਾ ਲੋਕ ਮਾਰੂ ਨੀਤੀਆਂ ਨੇ, ਕਿਉਂਕਿ ਬੀਜੇਪੀ ਸਰਕਾਰ ਨੇ ਜਿਹੜੇ ਆਰਡੀਨੈਂਸ ਪਾਸ ਕੀਤੇ, ਪੂਰੇ ਭਾਰਤ ਦੇ ਵਿੱਚ ਜਿਹੜਾ ਕਿਸਾਨ ਇਸ ਵੇਲੇ ਸੜਕਾਂ 'ਤੇ ਉਤਰਿਆ ਹੋਇਆ ਔਰ ਪ੍ਰਦਰਸ਼ਨ ਜਿਹੜਾ ਕਈ ਰਾਜਾਂ ਦੇ ਵਿੱਚ ਹੋ ਰਿਹਾ। ਔਰ ਗੱਲਬਾਤ ਅਗਲੀ ਆਪਾਂ ਕਰਾਂਗੇ, ਜਿਹੜੇ ਕਿਸਾਨ ਆਗੂ ਇੱਥੇ ਸਾਡੇ ਨਾਲ ਜੁੜੇ ਹੋਏ ਨੇ ਔਰ ਯੁਵਾ ਵਰਗ ਦੇ ਕੁਝ ਜਿਹੜੇ ਲੋਕ ਨੇ ਉਹ ਵੀ ਇੱਥੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਇਹ ਸੰਘਰਸ਼ ਜਿਹੜਾ ਅਗਰ ਨਹੀਂ ਕੇਂਦਰ ਸਰਕਾਰ ਇਸ ਆਰਡੀਨੈਂਸ ਨੂੰ ਵਾਪਸ ਲੈਂਦੀ ਤਾਂ ਸੰਘਰਸ਼ ਜਿਹੜਾ ਕਿਸ ਤਰ੍ਹਾਂ ਜਾਰੀ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਮੈਂ ਸਤਨਾਮ ਸਿੰਘ ਸਾਨੀ, ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੁਆਬਾ। ਸਾਨੀ ਸਾਹਿਬ, ਪੰਜਾਬ ਦੇ ਵਿੱਚ ਮੌਸਮ ਜਿਹੜਾ ਕਾਫੀ ਬਦਲ ਗਿਆ ਔਰ ਇਸ ਵਕਤ ਅਸਾਂ ਜਿਹੜਾ ਟੋਲ ਪਲਾਜ਼ਾ, ਜਿਹੜਾ ਲਾਡੋਵਾਲ ਟੋਲ ਪਲਾਜ਼ਾ ਦਰਿਆ ਦੇ ਕਾਫੀ ਨੇੜੇ ਹੈ ਔਰ ਮੌਸਮ ਇੱਥੇ ਕਾਫੀ ਜਿਹੜਾ ਠੰਡਾ ਹੋ ਗਿਆ। ਤੁਸੀਂ ਵੀ ਜਿਸ ਤਰ੍ਹਾਂ ਜੈਕਟ ਪਾ ਕੇ ਬੈਠੇ ਹੋ, ਹਾਂਜੀ, ਪਰ ਇਹ ਜਿਹੜਾ ਸੰਘਰਸ਼ ਤੇ ਇਸ ਪੂਰੀ ਠੰਡ ਦਾ ਕੋਈ ਅਸਰ ਨਹੀਂ ਹੋਇਆ? ਕਿ ਦੇਖੋ, ਕਿਸਾਨਾਂ ਦਾ ਸੰਘਰਸ਼ ਪਿਛਲੇ ਲਗਭਗ 4 ਮਹੀਨੇ ਤੋਂ ਪੰਜਾਬ ਦਾ ਜਿਹੜਾ ਕਿਸਾਨ ਆ ਉਹ 3 ਖੇਤੀ ਪਹਿਲਾਂ ਆਰਡੀਨੈਂਸ ਸੀ, ਹੁਣ ਤਾਂ ਇਹ ਕਾਨੂੰਨ ਬਣ ਗਿਆ, ਉਹਨਾਂ ਦੇ ਖਿਲਾਫ ਸੰਘਰਸ਼ ਦੇ ਰਾਹ ਤੇ ਪਿਆ ਆ। ਲਗਾਤਾਰ ਸੰਘਰਸ਼ ਕਰਦਾ, ਹੁਣ ਲਗਾਤਾਰ 19 ਤੇ ਦਿਨ ਤੇ ਰਾਤਾਂ 19 ਹੋ ਗਏ। ਕਿਸਾਨ ਸੜਕਾਂ ਤੇ ਰੁਲਦਾ, ਰੇਲਵੇ ਟਰੈਕਾਂ ਤੇ ਰੁਲਦਾ, ਟੋਲ ਪਲਾਜ਼ਿਆਂ ਤੇ ਰੁਲਿਆ। ਪਰ ਦੁੱਖ ਇਸ ਗੱਲ ਦਾ, ਜਿਹੜੀ ਸਮੇਂ ਦੀ ਸਰਕਾਰ ਆ ਉਹਦੇ ਕੰਨ ਤੇ ਹਜੇ ਤੱਕ ਜੂੰ ਨਹੀਂ ਸਰਕੀ। ਲੋਕਾਂ ਨੇ ਵੋਟਾਂ ਦੁਆਰਾ ਚੁਣੀ ਹੋਈ ਸਰਕਾਰ ਆ, ਪਰ ਜਨਤਾ ਇਸ ਗੱਲੋਂ ਨਿਰਾਸ਼ ਆ, ਕਿਸਾਨ ਇਸ ਗੱਲੋਂ ਨਿਰਾਸ਼ ਆ ਵੀ ਸਰਕਾਰ ਦਾ ਜਿਹੜਾ ਰਵੱਈਆ ਉਹ ਇੱਕਦਮ ਤਾਨਾਸ਼ਾਹੀ ਹੈ। ਇਸ ਕਰਕੇ ਕਿਸਾਨਾਂ ਦਾ ਜਿਹੜਾ ਰੋਹ ਆ ਉਹ ਦਿਨ ਪਰ ਦਿਨ ਹੋਰ ਵੱਧ ਰਿਹਾ, ਅੰਦੋਲਨ ਹੋਰ ਤੇਜ਼ ਹੋ ਰਿਹਾ। ਪੰਜਾਬ ਦੀਆਂ ਹੱਦਾਂ ਤੋਂ ਨਿਕਲ ਕੇ ਜਿਹੜਾ ਅੰਦੋਲਨ ਆ ਇਹ ਪੂਰੇ ਦੇਸ਼ ਦਾ ਅੰਦੋਲਨ ਕੁਝ ਦਿਨਾਂ 'ਚ ਤੁਸੀਂ ਬਣਿਆ ਦੇਖੋਗੇ, ਕੁਝ ਦਿਨਾਂ 'ਚ ਹੱਦਾਂ ਤੋਂ ਬਾਹਰ ਜਾਏਗਾ। ਕੇਂਦਰ ਸਰਕਾਰ ਨੇ ਇੱਕ ਬੜਾ ਕੋਝਾ ਮਜ਼ਾਕ ਕੀਤਾ, ਜਿਹੜੇ ਕਿਸਾਨ ਆਗੂਆਂ ਨੂੰ ਬੁਲਾਇਆ ਔਰ ਬਾਅਦ 'ਚੋਂ ਸਮਾਂ ਦੇ ਕੇ ਜਿਹੜਾ ਮਿਲਿਆ ਨਹੀਂ ਗਿਆ, ਉਹਦੇ ਬਾਰੇ ਕੀ? ਨਹੀਂ, ਅਸੀਂ ਗਏ ਸੀ, ਅਸੀਂ ਬੜੇ ਲੰਬੇ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ। ਉਸ ਗੱਲਬਾਤ ਦੇ ਵਿੱਚ ਮੈਂ ਵੀ ਹਾਜ਼ਰ ਸੀ, ਲੇਕਿਨ ਸਾਨੂੰ ਨਿਰਾਸ਼ਾ ਇਸ ਗੱਲ ਦੀ ਹੋਈ ਕਿ ਜਿਹੜੇ ਕੇਂਦਰ ਦੇ ਸੈਂਟਰਲ ਵਜ਼ੀਰ ਨੇ ਉਹ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲਬਾਤ ਕਰਨ ਦੀ ਬਜਾਏ ਪੰਜਾਬ ਦੇ ਵਿੱਚ ਆ ਕੇ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਿਹਾ। ਇਸ ਗੱਲ ਦਾ ਕਿਸਾਨਾਂ 'ਚ ਬੜਾ ਰੋਹ ਹੈ। ਉਸ ਦਿਨ ਵੀ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਖੇਤੀਬਾੜੀ ਸੈਕਟਰੀ ਕੋਲ ਰੱਖੀ ਸੀ ਵੀ ਚੰਗਾ ਹੁੰਦਾ ਜਿਹੜੇ ਕੇਂਦਰ ਦੇ ਵਜ਼ੀਰ ਹੈ, ਕੇਂਦਰ ਸਰਕਾਰ ਦੇ ਮਿਨਿਸਟਰ ਹੈ, ਉਹ ਸਾਡੀ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲ ਕਰਦੇ। ਜੇ ਉਹਨਾਂ ਨੂੰ ਲੱਗਦਾ ਕਿ ਕਿਸਾਨ ਬਿੱਲਾਂ 'ਚ ਕਿਸਾਨਾਂ ਦੇ ਹੱਕ 'ਚ ਹੈ ਕੁਛ ਗੱਲ, ਤਾਂ ਸਾਡੇ ਸਾਹਮਣੇ ਬੈਠ ਕੇ ਗੱਲ ਕਰਨ। ਬੀਜੇਪੀ ਦੇ ਆਗੂ ਕਿਸਾਨਾਂ ਨਾਲ ਗੱਲ ਕਰਨ ਤੋਂ ਭੱਜਦੇ ਆ। ਜਿਹੜਾ ਸ਼ਹਿਰੀ ਵਰਗ ਆ, ਨੌਨ ਐਗਰੀਕਲਚਰ ਲੋਕ ਆ, ਉਹਨਾਂ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਕਾਨੂੰਨਾਂ ਦੇ ਫਾਇਦੇ ਗਿਣਾ ਰਿਹਾ ਆ, ਜਿਹਨੂੰ ਪੰਜਾਬ ਦਾ ਕਿਸਾਨ ਕਿਸੇ ਹੱਦ ਤੱਕ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਸੇ ਕਰਕੇ ਪੰਜਾਬ ਦੇ ਜਿਹੜੇ ਸ਼ਹਿਰ ਵਿੱਚ ਵੀ ਬੀਜੇਪੀ ਦਾ ਕੋਈ ਆਗੂ ਜਾਂਦਾ ਉਹਦਾ ਜ਼ਬਰਦਸਤ ਵਿਰੋਧ ਹੁੰਦਾ। ਘਰਾਓ ਹੋਏ ਆ, ਇਹਨਾਂ ਨੂੰ ਸ਼ਹਿਰਾਂ 'ਚੋਂ ਭਜਾਇਆ ਜਾ ਰਿਹਾ। ਜਿੰਨੇ ਪ੍ਰੋਗਰਾਮ ਕੇਂਦਰੀ ਵਜ਼ੀਰਾਂ ਦੇ ਉਹ ਸਾਰੇ ਫਲਾਪ ਹੋਏ ਆ, ਉਹਦੇ 'ਚ ਇੱਕ ਵੀ ਕਿਸਾਨ ਭਾਗ ਲੈਣ ਨਹੀਂ ਜਾ ਰਿਹਾ। ਇਹ ਜਿਹੜੇ ਤਿੰਨ ਖੇਤੀ ਕਾਨੂੰਨ ਸੈਂਟਰ ਗੌਰਮੈਂਟ ਨੇ ਕਾਹਲੀ ਵਿੱਚ ਪਾਸ ਕੀਤੇ, ਇਹਦਾ ਜਿਹੜਾ ਸਭ ਤੋਂ ਬੁਰਾ ਅਸਰ ਪੈਣਾ ਉਹ ਪੰਜਾਬ ਦੀ ਆਰਥਿਕਤਾ 'ਤੇ ਪੈਣਾ, ਸਮੁੱਚੇ ਪੰਜਾਬ ਦੀ ਆਰਥਿਕਤਾ 'ਤੇ ਪੈਣਾ। ਇਸੇ ਕਰਕੇ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ, ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋਇਆ 1947 ਤੋਂ ਬਾਅਦ, ਸਮੁੱਚੀਆਂ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਪੂਰੀ ਦ੍ਰਿੜਤਾ ਨਾਲ ਅੰਦੋਲਨ ਲੜਦੀਆਂ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਪੰਜਾਬ ਦਾ ਹਰ ਵਰਗ, ਕੱਲਾ ਕਿਸਾਨੀ ਦੀ ਲੜਾਈ ਨਹੀਂ ਰਹਿ ਗਈ, ਪੰਜਾਬ ਦਾ ਆੜ੍ਹਤੀਆ, ਦੁਕਾਨਦਾਰ, ਵਪਾਰੀ, ਮਜ਼ਦੂਰ, ਮੁਲਾਜ਼ਮ, ਸ਼ਡਿਊਲ ਕਾਸਟ ਭਾਈਚਾਰਾ, ਇੱਥੋਂ ਤੱਕ ਅਸੀਂ ਤਾਂ ਮੀਡੀਆ ਵੀ ਕਹਿੰਦੇ ਜਿਹੜਾ ਉਹ ਵੀ ਸਾਡਾ ਹਿੱਸਾ ਸਮਾਜ ਦਾ, ਸਾਰਿਆਂ ਦਾ ਸਾਨੂੰ ਸਮਰਥਨ ਮਿਲ ਰਿਹਾ। ਧਾਰਮਿਕ ਸੰਸਥਾਵਾਂ ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬੇ ਆ, ਉਹ ਸਾਡੇ ਲਈ ਧਰਨਿਆਂ ਲਈ ਲੰਗਰ ਦੀ ਸੇਵਾ ਕਰਦੇ ਆ। ਸਾਰੇ ਪੰਜਾਬੀਆਂ ਨੇ ਜਿੰਨੀ ਇਕਜੁੱਟਤਾ ਦਿਖਾਈ ਹੈ, ਸਾਨੂੰ ਲੱਗਦਾ ਕਿ ਜਿਹੜਾ ਇਹ ਅੰਦੋਲਨ ਆ ਇਹ ਹੁਣ ਸਫਲਤਾ ਤੋਂ ਬਿਨਾਂ ਇਹ ਅੰਦੋਲਨ ਹੋਰ ਵਧੀ ਜਾਊਗਾ। ਜਿੰਨਾ ਚਿਰ ਸਫਲਤਾ ਨਹੀਂ ਹੁੰਦੀ, ਇਹ ਅੰਦੋਲਨ ਤੋਂ ਕਿਸਾਨ ਜਥੇਬੰਦੀਆਂ ਕਿਸੇ ਵੀ ਹੀਲੇ ਪੈਰ ਪਿੱਛੇ ਨਹੀਂ ਖਿੱਚਣਗੀਆਂ। ਸਰਕਾਰ ਨੂੰ ਝੁਕਣ ਲਈ ਅਸੀਂ ਮਜਬੂਰ ਕਰਾਂਗੇ। ਕੁਝ ਦਿਨਾਂ ਤੱਕ ਜਿਹੜੀਆਂ ਪੰਜਾਬ ਤੋਂ ਬਾਹਰਲੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨਾਲ ਸਾਡੇ ਆਗੂਆਂ ਦੀ ਗੱਲ ਹੋ ਗਈ ਹੈ। ਇਹ ਜਿਹੜਾ ਅੰਦੋਲਨ ਹੈ ਹੁਣ ਪੰਜਾਬ ਤੋਂ ਨਿਕਲ ਕੇ ਪੂਰੇ ਦੇਸ਼ ਦਾ ਅੰਦੋਲਨ ਆਉਣ ਵਾਲੇ ਦਿਨਾਂ ਦੇ ਵਿੱਚ ਬਣਨ ਜਾ ਰਿਹਾ। ਸੰਧੂ ਸਾਹਿਬ, ਸਵਾਗਤ ਹੈ। ਧੰਨਵਾਦ ਜੀ। ਸੰਧੂ ਸਾਹਿਬ, ਜਿਸ ਤਰ੍ਹਾਂ ਸਾਨੀ ਸਾਹਿਬ ਨੇ ਗੱਲ ਕੀਤੀ ਸ਼ਹਿਰੀ ਤਬਕੇ ਦੀ, ਪਰ ਪਿਛਲੇ ਦਿਨੀ ਅਸੀਂ ਦੇਖਿਆ ਕਿ ਸ਼ਹਿਰੀ ਤਬਕੇ ਦੇ ਜਿਹੜੇ ਲੋਕ ਨੇ ਉਹ ਵੀ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਉਤਰ ਆਏ ਨੇ। ਕੀ ਕਹਿਣਾ? ਮੈਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਜਾਣਕਾਰੀ, ਮੈਂ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸੂਬਾ ਕਮੇਟੀ ਮੈਂਬਰ ਹਾਂ ਜੀ।
ਜਿਹੜੀ ਤੁਸੀਂ ਗੱਲ ਕਰਦੇ ਵੀ ਪਹਿਲਾਂ ਜਿਹੜਾ 25 ਤਰੀਕ ਦਾ ਸਾਡਾ ਪ੍ਰਦਰਸ਼ਨ ਸੀਗਾ, ਜਿਹੜਾ ਪੰਜਾਬ ਬੰਦ ਸੀ, ਉਹ ਸਾਰੇ ਹੀ ਵਰਗਾਂ ਨੇ ਸਾਡਾ ਸਮਰਥਨ ਕੀਤਾ, ਚਾਹੇ ਉਹ ਦੁਕਾਨਦਾਰ ਸੀ, ਚਾਹੇ ਕੋਈ ਟਰੱਕਾਂ ਵਾਲੇ ਸੀ, ਚਾਹੇ ਕੋਈ ਰੇਹੜੀ ਵਾਲੇ ਸੀ, ਕੋਈ ਫੜੀ ਵਾਲੇ ਸੀ, ਕੋਈ ਆੜ੍ਹਤੀਏ ਸੀ, ਕੋਈ ਸੈਲਰ ਵਾਲੇ ਸੀ। ਕੋਈ ਪੰਜਾਬ ਦਾ ਵਰਗ ਇਹੋ ਜਿਹਾ ਨਹੀਂ ਜਿਹੜਾ ਸਾਡੇ ਸੰਘਰਸ਼ ਦੇ ਵਿੱਚ ਜਿਹਨੇ ਸਾਡੀ ਹਮਾਇਤ ਨਹੀਂ ਕੀਤੀ। ਮੇਰੀ ਜ਼ਿੰਦਗੀ ਦਾ ਇਹ ਤਜਰਬਾ ਲਗਭਗ 35-40 ਸਾਲ ਤੋਂ ਮੈਂ ਜਥੇਬੰਦੀਆਂ 'ਚ ਕੰਮ ਕਰਦਾ, ਅਤੇ ਪਹਿਲਾਂ ਇਹ ਮੈਂ ਸੰਘਰਸ਼ ਦੇਖਿਆ ਵੀ ਜਿਹੜਾ ਪੂਰਨ ਤੌਰ 'ਤੇ ਨਹੀਂ ਤਾਂ ਕਈ ਵਾਰੀ ਪਿੰਡਾਂ 'ਚ ਅਸੀਂ ਬੰਦ ਕਰਾਉਂਦੇ ਹਾਂ, ਸ਼ਹਿਰ ਜਿਹੜੇ ਖੁੱਲ੍ਹੇ ਰਹਿੰਦੇ ਆ, ਪਰ ਇਸ ਵਾਰ ਸ਼ਹਿਰੀ ਭਰਾਵਾਂ ਨੇ ਵੀ ਇਹ ਦੇਖਿਆ ਵੀ ਜੇ ਅੱਜ ਕਿਸਾਨੀ ਤਬਾਹ ਹੁੰਦੀ ਆ, ਕਿਉਂਕਿ 70% ਲੋਕ ਜਿਹੜੇ ਕਿਸਾਨੀ 'ਤੇ ਨਿਰਭਰ ਹੈ ਇੱਥੇ, ਕਿਉਂਕਿ ਇੰਡਸਟਰੀ ਤਾਂ ਸਾਡੇ ਕਿਤੇ ਹੈ ਹੀ ਨਹੀਂ ਜਿੱਥੋਂ ਕੋਈ ਲੋਕਾਂ ਨੂੰ ਰੁਜ਼ਗਾਰ ਕਰਨਾ, ਚਾਹੇ ਕੋਈ ਮੰਡੀਆਂ ਦੇ ਮਜ਼ਦੂਰ ਆ, ਚਾਹੇ ਕੋਈ ਸੈਲਰਾਂ 'ਚ ਕੰਮ ਕਰਦੇ ਆ, ਚਾਹੇ ਕੋਈ ਮੰਡੀ ਬੋਰਡ ਦੇ ਮੁਲਾਜ਼ਮ ਆ, ਕਿਉਂਕਿ ਸਾਰੇ ਹੀ ਇਹਨਾਂ ਪ੍ਰਭਾਵਿਤ ਹੁੰਦੇ ਆ। ਜਿੱਦਾਂ ਇਹ ਨੀਤੀ ਲਿਆਏ ਆ ਸਰਕਾਰੀ, ਵੱਡੇ ਵੱਡੇ ਮੌਲ ਬਣ ਰਹੇ, ਛੋਟੇ ਦੁਕਾਨਦਾਰ ਵਿਹਲੇ ਹੋ ਰਹੇ ਆ, ਉਹ ਸਾਰੇ ਕਾਰੋਬਾਰ ਜਿਹੜੇ ਠੱਸ ਹੋ ਰਹੇ ਆ, ਇਹਦੇ ਕਰਕੇ ਉਹ ਲੱਗਦਾ ਉਹਨਾਂ ਨੂੰ ਵੀ ਸਾਡਾ ਸਾਰਿਆਂ ਦਾ ਦੁਸ਼ਮਣ ਸਾਂਝਾ ਆ, ਅਸੀਂ ਇਕੱਠੇ ਹੋ ਕੇ ਕਿਉਂ ਨਾ ਲੜੀਏ। ਤਾਂ ਸਾਡਾ ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਆਪਣੀ ਜਥੇਬੰਦੀ ਵੱਲੋਂ ਕੀਤਾ, ਔਰ ਗਾਂਹ ਵੀ ਉਮੀਦ ਕਰਦੇ ਹਾਂ ਕਿ ਗਾਂਹ ਵੀ ਜਿਹੜੇ ਸਾਡੇ ਸੰਘਰਸ਼ ਆਉਣਗੇ ਉਹਦੇ ਵਿੱਚ ਸਾਰੇ ਸਾਥੀ ਸਾਡੇ ਨਾਲ ਹੋਣਗੇ। ਅਤੇ ਹੋਰ ਤੁਹਾਡਾ ਕੋਈ ਸਵਾਲ ਹੋਵੇ ਤਾਂ। ਸੰਧੂ ਸਾਹਿਬ, ਜਿਹੜਾ ਮਾਹੌਲ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਬਣ ਗਿਆ, ਤੁਹਾਨੂੰ ਲੱਗਦਾ ਕਿ 2022 ਦੀਆਂ ਚੋਣਾਂ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਆਉਣਗੀਆਂ? ਕਿਉਂਕਿ ਸਾਰੀਆਂ ਪਾਰਟੀਆਂ ਤੋਂ ਰੋਸ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ, ਖਾਸ ਤੌਰ ਤੇ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਹੈ ਬੜਾ ਭਾਰੀ ਹੈ, ਔਰ 2022 ਦੀਆਂ ਚੋਣਾਂ ਕਿਸੇ ਨਵੇਂ ਰੂਪ 'ਚ ਹੋਣਗੀਆਂ। ਦੇਖੋ, ਇਲੈਕਸ਼ਨਾਂ ਜਿਹੜੀਆਂ ਨਾ, ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਲੋਕਾਂ ਨੂੰ ਜਿੱਤ ਨਹੀਂ ਸਕਦੇ। ਕਿਉਂਕਿ ਇਲੈਕਸ਼ਨ ਇੱਕ ਵਪਾਰ ਹੋ ਗਈ ਆ। ਹੁਣ ਦੇਸ਼ ਸੇਵਾ ਨਹੀਂ ਹੈ, ਵੱਡੇ ਵਪਾਰੀ ਆਉਂਦੇ ਆ ਕਾਰਪੋਰੇਟ ਤੋਂ ਪੈਸਾ ਲੈ ਕੇ, ਉਹ ਪੈਸਾ ਲਾ ਕੇ ਮੁੜ ਕੇ ਆਪਣੇ ਕਾਰਪੋਰੇਟ ਤੋਂ ਪੈਸੇ ਹੋਰ ਕਮਾਉਂਦੇ ਆ। ਜਿਹੜਾ ਵੀ ਠੇਕੇਦਾਰ ਕੋਈ ਆਉਂਦਾ ਉਹ ਤੋਂ ਪਹਿਲਾਂ ਆਪਣੇ ਕਮਿਸ਼ਨ ਰੱਖੇ ਜਾਂਦੇ ਆ, ਕਿਉਂਕਿ ਇਹ ਸਰਕਾਰ ਜਿਹੜੀ ਸਾਡੀ ਹੈ ਨਾ, ਦਲਾਲ ਸਰਮਾਏਦਾਰੀ ਦੀ ਸਰਕਾਰ ਆ, ਇਹ ਆਪਣੀ ਦਲਾਲੀ ਲੈਂਦੀ ਹਰ ਕੰਮ ਦੇ ਵਿੱਚੋਂ। ਅਤੇ ਜੇ ਤੁਸੀਂ ਕਹੋ ਹੁਣ ਜਿਹੜੀਆਂ ਮਸ਼ੀਨਾਂ ਆਈਆਂ, ਇਹ ਬਾਹਰ ਤਾਂ ਸਾਰੀਆਂ ਫੇਲ ਹੋ ਗਈਆਂ, ਬੰਦ ਕਰਤੀਆਂ, ਸਾਡੇ ਲੈ ਦੀਆਂ, ਕਿਉਂਕਿ ਮਸ਼ੀਨ ਨੂੰ ਮਨੁੱਖ ਨੇ ਬਣਾਇਆ, ਮਸ਼ੀਨ ਨੇ ਮਨੁੱਖ ਨਹੀਂ ਬਣਾਇਆ, ਕਿਉਂਕਿ ਉਹਦੇ ਵਿੱਚ ਮਨੁੱਖ ਜੋ ਮਰਜ਼ੀ ਕਰ ਦੇਵੇ। ਆ ਤੁਸੀਂ ਕੈਮਰਾ ਚਲਾਉਂਦੇ ਹੋ, ਇਹਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਵੀ ਵਿੱਚ ਐਡ ਕਰ ਸਕਦੇ ਆ, ਜਿਹੜੇ ਮਰਜ਼ੀ ਬਿਆਨ ਤੋੜ ਕੇ ਤੁਸੀਂ ਪਾ ਸਕਦੇ ਆ। ਇਸ ਕਰਕੇ ਹੈਗਾ ਵੀ ਇਹ ਜਿਹੜੀ ਮਸ਼ੀਨਾਂ ਦੇ ਵਿੱਚ ਆ, ਮਤਲਬ ਬਾਹਰ ਤਾਂ ਦੁਬਾਰਾ ਉਹ ਬੈਲਟ ਪੇਪਰ 'ਤੇ ਹੋਣ ਲੱਗ ਪਿਆ ਜੀ, ਅਤੇ ਇਹਨਾਂ ਨੇ ਉਹ ਮਸ਼ੀਨਾਂ ਲਿਆ ਕੇ ਸਾਡੇ ਉਹ ਮਾਡਲ ਲਾਉਣ ਲੱਗ ਪਏ। ਇਹਦੇ ਖੇਤੀ ਮਾਡਲ ਆ, ਬਾਹਰ ਇਹ ਖੇਤੀ ਮਾਡਲ ਫੇਲ ਹੋ ਚੁੱਕਾ, ਅਤੇ ਇਹ ਸਾਡੇ ਲਈ ਆ। ਹਾਲਾਂਕਿ ਉੱਥੇ ਜਿਹੜੀ 80% ਜਿਹੜੀ ਸਬਸਿਡੀ ਆ ਸਰਕਾਰ ਦਿੰਦੀ ਆ, 20% ਕਿਸਾਨ ਲਾਉਂਦਾ। ਜੇ ਉੱਥੇ ਖੇਤੀ ਮਾਡਲ ਫੇਲ ਹੋ ਗਿਆ, ਸਾਡੇ ਦੇ ਇੱਥੇ ਮਿਲਦੇ ਕੁਛ ਨਹੀਂ, ਸਾਡੇ ਸਿਰਫ 3% ਸਬਸਿਡੀ ਆ, ਉਹ ਵੀ ਖਾਦ 'ਤੇ ਆ ਜਾਂ ਕੋਈ ਮਾੜਾ ਮੋਟਾ ਦਵਾਈਆਂ 'ਤੇ, ਹੋਰ ਕਿਸੇ ਸਾਨੂੰ ਮਿਲਦੀ ਨਹੀਂ। ਕਿਉਂਕਿ ਉਹਦੇ ਲਈ ਤਦੇ ਅਸੀਂ ਅੱਜ ਜਿਹੜਾ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਆ, ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਾਨੂੰ ਜਿਹੜਾ ਜ਼ਿਮੀਂਦਾਰਾਂ ਨੂੰ 22 ਰੁਪਏ ਲੀਟਰ ਤੇਲ ਦਿੱਤਾ ਜਾਵੇ, ਕਿਉਂਕਿ ਕੱਚੇ ਤੇਲ ਦੇ ਭਾਅ ਸਸਤੇ ਆ। ਜੇ ਮਤਲਬ ਜਹਾਜ਼ਾਂ ਦੀਆਂ ਫੈਕਟਰੀਆਂ ਨੂੰ, ਜਹਾਜ਼ਾਂ ਨੂੰ, ਉਹਨਾਂ ਨੂੰ ਮਤਲਬ 22 ਰੁਪਏ ਲੀਟਰ ਮਿਲ ਸਕਦਾ, ਸਾਨੂੰ ਕਿਉਂ ਨਹੀਂ ਮਿਲ ਸਕਦਾ? ਵੀ ਅਸੀਂ ਅੰਨਦਾਤਾ ਆਏ, ਇਹ ਲੋਕਾਂ ਦੇ ਮਤਲਬ ਦੇਸ਼ ਤੋਂ ਅੰਨ ਪਕਾ ਕੇ ਇਹਨਾਂ ਨੂੰ ਅਸੀਂ ਇਹਨਾਂ ਦਾ ਖਿਲਾਉਂਦੇ, ਅਸੀਂ ਇਹਨਾਂ ਦਾ ਅਸੀਂ ਢਿੱਡ ਭਰਦੇ ਹਾਂ। ਜਦੋਂ ਠੂਠੇ ਵੜ ਕੇ ਮੰਗਣ ਤੁਰੇ ਸੀ, ਸਾਡੇ ਕਿਸਾਨਾਂ ਨੇ ਆਪਣੀ ਜ਼ਮੀਨ ਵੀ ਖਰਾਬ ਕਰ ਲਈ, ਆਪਣਾ ਬਚਪਨ ਵੀ ਖਰਾਬ ਕਰ ਲਿਆ, ਬੁਢਾਪਾ ਵੀ ਖਰਾਬ ਕਰ ਲਿਆ, ਅਸੀਂ ਬਿਮਾਰੀਆਂ ਟੋਕਰਾ ਵੀ ਲਾ ਲਿਆ। ਸਾਡੇ ਕੈਂਸਰ ਤਾਂ ਹੈ ਹੀ ਨਾ ਸੀ, ਸਾਡੇ ਬਲੱਡ ਪ੍ਰੈਸ਼ਰ ਹੈ ਕਿਸੇ ਨੂੰ, ਸਾਡੇ ਸ਼ੂਗਰ ਹੈ ਕਿਸੇ ਨੂੰ, ਇਹ ਸਾਨੂੰ ਇਹਨਾਂ ਲਿਆ ਕੇ ਦਿੱਤੀਆਂ, ਹਾਕਮਾਂ ਲਿਆ ਕੇ ਦਿੱਤੀਆਂ ਨਾ। ਹੁਣ ਉਹ ਕੋਈ ਕੈਂਸਰ ਹਸਪਤਾਲ ਬਣਾ ਰਿਹਾ, ਕੋਈ ਕੁਛ ਕਰ ਰਿਹਾ, ਡਰਾਮੇ ਕਰ ਰਿਹਾ, ਬਿਮਾਰੀਆਂ ਦਾ ਇਲਾਜ ਨਹੀਂ ਲੱਗ ਰਿਹਾ, ਤਾਂ ਉਹ ਹੌਸਪੀਟਲ ਦੀ ਗੱਲ ਕਰਦੇ, ਕੈਂਸਰ ਦਾ ਹਸਪਤਾਲ ਬਣਾ ਦੇਣਾ ਜੀ, ਅਸੀਂ ਉਹ ਫਲਾਨਾ ਕਰ ਦੇਣਾ। ਤਾਂ ਇਹ ਸਾਰਾ ਕੁਝ ਜਾਣ ਕੇ ਲੋਕਾਂ ਨਾਲ ਮਜ਼ਾਕ ਹੋ ਰਿਹਾ ਜੀ। ਤੁਹਾਡੀ ਇਕਬਾਲ ਸਿੰਘ ਬੈਂਸ, ਪਿੰਡ ਰਸੂਲਪੁਰ। ਵੈਸੇ ਕੇਂਦਰ ਸਰਕਾਰ ਜਿਹੜੀ ਕਥਨੀ ਔਰ ਕਰਨੀ ਦੇ ਵਿੱਚ ਬੜਾ ਫਰਕ ਹੈ, ਕਿਉਂਕਿ ਕੇਂਦਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਫਿਰ ਕੇ ਇਹਨਾਂ ਜਿਹੜੇ ਬਿੱਲ ਪਾਸ ਕੀਤੇ ਨੇ, ਜਾਂ ਕਾਨੂੰਨ ਜਿਹੜਾ ਹੁਣ ਤਬਦੀਲ ਹੋ ਚੁੱਕਿਆ, ਇਹਦੇ ਫਾਇਦੇ ਗਿਣਾ ਰਹੇ ਨੇ। ਤੁਸੀਂ ਇਹਨਾਂ ਦੇ ਕਿਸ ਤਰ੍ਹਾਂ ਦੇਖਦੇ ਹੋ, ਫਾਇਦੇਮੰਦ ਹੈ ਜਾਂ ਨੁਕਸਾਨ? ਫਾਇਦੇਮੰਦ ਤੱਕ ਨਿੱਕੇ ਪੈਸੇ ਦਾ ਵੀ ਨਹੀਂ ਹੈ, ਤਾਂ ਹੈ ਤੇ ਸਾਰਾ ਨੁਕਸਾਨਦਾਇਕ ਹੀ ਹੈ। ਬਾਕੀ ਉਹਨਾਂ ਦਾ ਸਾਡੇ ਪਿੰਡਾਂ ਵਿੱਚ ਆਉਣਾ, ਉਹਨਾਂ ਦੇ ਆਕਾਵਾਂ ਦੇ ਉਹਨਾਂ ਨੂੰ ਹੁਕਮ ਨੇ ਕਿ ਤੁਸੀਂ ਜਾ ਕੇ ਲੋਕਾਂ ਨੂੰ ਸਮਝਾਓ, ਉਹਨਾਂ ਦੀ ਮਜਬੂਰੀ ਹੈ। ਵੈਸੇ ਆ ਨਹੀਂ ਰਹੇ ਉਹ ਤੇ ਗੁਪਤ ਮੀਟਿੰਗਾਂ ਨੇ ਉਹਨਾਂ ਦੀਆਂ, ਖੁੱਲ੍ਹ ਕੇ ਕਿਸਾਨਾਂ ਵਿੱਚ ਤੇ ਆ ਨਹੀਂ ਰਹੇ। ਤਾਂ ਉਹਨਾਂ ਦੇ ਆਪਣੇ ਕਿਸਾਨ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਕੁਝ ਕੁ ਵਰਕਰ ਨੇ, ਉਹਨਾਂ ਨੂੰ ਲੈ ਕੇ ਉਹ 2-4 ਫੋਟੋਆਂ ਪਾ ਕੇ 2-4 ਵਾਈਟਾਂ ਦੇ ਕੇ ਚੱਲ ਜਾਂਦੇ। ਸਾਡੇ ਤੱਕ ਤੇ ਨਹੀਂ ਕੋਈ ਵੀ ਆਉਂਦਾ, ਨਾ ਹੀ ਸਾਡੇ ਤੱਕ ਉਹਨਾਂ ਦਾ ਆਉਣ ਦਾ ਕੋਈ ਰਾਹ ਹੈਗਾ ਜੀ। ਅਗਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਨੁਮਾਇੰਦਾ ਪਹੁੰਚੇ ਤਾਂ ਤੁਹਾਡੀ ਜਿਹੜੀ ਕੀ ਰਿਐਕਸ਼ਨ ਹੋਏਗੀ? ਸਾਡੇ ਕੋਲ ਰਿਐਕਸ਼ਨ, ਜੇ ਤਾਂ ਉਹ ਸਾਡੀ ਕਿਸੇ ਗੱਲ ਦੇ ਨਾਲ ਸੈਟਿਸਫਾਈ ਆ, ਫਿਰ ਤਾਂ ਅਸੀਂ ਉਹਦੀ ਵੀ ਗੱਲ ਸੁਣਾਂਗੇ। ਜੇ ਉਹ ਅਸੀਂ ਉਹਨੂੰ ਸਵਾਲ ਪਾਉਣੇ ਆ, ਉਹ ਸਾਡੇ ਸਵਾਲ ਦਾ ਜਵਾਬ ਦੇਵੇ, ਅਸੀਂ ਉਹਦੇ ਦਾ ਦੇਵਾਂਗੇ।
ਜੇ ਤਾਂ ਉਹ ਇਦਾਂ ਆ ਕੇ ਬਹਿ ਕੇ ਸਾਡੇ ਨਾਲ ਸੱਥ ਵਿੱਚ ਕੋਈ ਗੱਲ ਕਰਦਾ ਤਾਂ ਅਸੀਂ ਮੰਨੀਏ। ਅਸੀਂ ਤਾਂ ਜਿਹੜੇ ਇਹਨਾਂ ਦੇ ਘਰਾਓ ਵੀ ਕੀਤੇ ਨੇ ਉੱਥੇ ਵੀ ਅਸੀਂ ਇਹ ਗੱਲ ਉਹਨਾਂ ਨੂੰ ਕਹੀ ਹੈ ਕਿ ਪੁਲਿਸ ਦੇ ਵਿੱਚ ਸਾਡਾ ਇੱਕੋ ਇੱਕ ਨੁਮਾਇੰਦਾ ਸਾਡੇ ਪ੍ਰਧਾਨ ਸਾਹਿਬ ਆਉਣਗੇ, ਤੁਸੀਂ ਇਹਨਾਂ ਨੂੰ ਸੈਟੀਸਫਾਈ ਕਰ ਦਿਓ। ਅਗਰ ਇਹ ਸੈਟੀਸਫਾਈ ਹੁੰਦੇ ਤਾਂ ਅਸੀਂ ਤੁਹਾਡੀ ਸਾਰੀ ਗੱਲ ਮੰਨਣ ਨੂੰ ਤਿਆਰ ਹਾਂ ਜੀ। ਕੋਈ ਹੋਰ ਸੰਦੇਸ਼ ਜਿਹੜਾ ਤੁਸੀਂ ਆਮ ਜਨਤਾ ਨੂੰ ਦੇਣਾ ਚਾਹੋਗੇ, ਕਿਉਂਕਿ ਕਾਫੀ ਜਿਹੜੇ ਹੁਣ ਦੇਖਿਆ ਜਾਵੇ ਤਾਂ ਸ਼ਹਿਰੀ ਤਬਕਾ ਵੀ ਜੁੜਿਆ ਇਸ ਸੰਘਰਸ਼ ਦੇ ਨਾਲ, ਹੋਰ ਲੋਕਾਂ ਨੂੰ ਜੋੜਨ ਦੇ ਲਈ ਤੁਸੀਂ ਕੋਈ ਸੰਦੇਸ਼ ਜਿਹੜਾ? ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜਾ ਹੁਣ ਆ ਜਿਹੜੀ ਕਰੋਨਾ ਦੀ ਮਾਰ ਪਿੱਛੇ ਚੱਲੀ ਆ ਨਾ, ਉਹਦੇ ਵਿੱਚ ਜਿਹੜੇ ਵੱਡੇ ਵਪਾਰੀ, ਵੱਡੇ ਵਰਗ ਦੇ ਵਪਾਰੀ ਆ, ਉਹਨਾਂ ਨੇ ਇਹ ਗੱਲ ਵੇਖ ਲਈ ਵੀ ਦੁਨੀਆ ਦਾ ਹਰ ਇੱਕ ਕਾਰੋਬਾਰ ਜਿਹੜਾ ਸੀ ਉਹ ਬੰਦ ਹੋ ਗਿਆ ਸੀ, ਠੱਪ ਹੋ ਗਿਆ ਸੀ ਇੱਕ ਸਮੇਂ ਲਈ। ਪਰ ਇੱਕੋ ਇੱਕ ਕਾਰੋਬਾਰ ਸੀ ਜਿਹੜਾ ਜ਼ਿਮੀਂਦਾਰੀ ਦਾ ਸੀ, ਉਹ ਨਹੀਂ ਠੱਪ ਹੋਇਆ। ਉਹ ਲੋਕ ਹੁਣ ਉਹ ਸਾਡਾ ਕੰਮ ਹਸਿਆਉਣ ਨੂੰ ਚਾਹੁੰਦੇ ਨੇ। ਉਹਨਾਂ ਦੀ ਨਿਗਾਹ ਹੁਣ ਸਾਡੇ ਫਾਰਮਿੰਗ ਜਿਹੜੀ ਹੈਗੀ ਸਾਡੀ ਜ਼ਿਮੀਂਦਾਰਾ ਖੇਤੀ ਆ ਸਾਡੀ, ਉਹਦੇ ਵੱਲ ਉਹਨਾਂ ਦਾ ਧਿਆਨ ਆ। ਔਰ ਪੰਜਾਬ ਦਾ ਜਿੰਨਾ ਕਾਰੋਬਾਰ ਆ ਨਾ, ਉਹ ਟੋਟਲੀ ਹੀ ਖੇਤੀ 'ਤੇ ਨਿਰਭਰ ਕਰਦਾ। ਅਗਰ ਖੇਤੀ ਇਹਨਾਂ ਵੱਡੇ ਵਪਾਰੀਆਂ ਦੇ ਹਿੱਸੇ 'ਚ ਚਲੇ ਗਈ, ਉਹ ਫਿਰ ਇਹਨਾਂ ਦੇ ਆਪਣੇ ਮੌਲ, ਇਹਨਾਂ ਦੀਆਂ ਆਪਣੀਆਂ ਚੀਜ਼ਾਂ ਵਿਕਣਗੀਆਂ, ਆਪਣਾ ਇਹਨਾਂ ਦਾ ਦੁੱਧ ਵਿਕੂਗਾ। ਉਹਦਾ ਫਿਰ ਜਿਹੜਾ ਕਾਰਨ ਹੈ, ਇਹ ਛੋਟੇ ਵਪਾਰੀ ਉਹਦੇ ਨਾਲ ਜਿਹੜੇ ਉਹ ਮਾਰ ਹੇਠ ਆਉਣਗੇ। ਇਹਨਾਂ ਦੀਆਂ ਛੋਟੀਆਂ ਵਪਾਰੀਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਅਸੀਂ ਤਾਂ ਇਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਇਕੱਲੇ ਕਿਸਾਨ ਹੀ ਨਹੀਂ, ਸਾਰੇ ਇਹ ਇਨਸਾਨੀਅਤ ਤੌਰ 'ਤੇ ਸਾਰੇ ਸਮਾਜ ਦਾ ਹੀ ਫਰਜ਼ ਬਣਦਾ ਹੈ ਕਿ ਇਹਨਾਂ ਬਿੱਲਾਂ ਦੀ ਵਿਰੋਧਤਾ ਕਰੇ, ਇਹ ਸਰਕਾਰ ਦੀ ਵਿਰੋਧਤਾ ਕਰੇ। ਜੇ ਇਹ ਲੋਕ ਸਾਡੇ ਨਾਲ ਚੱਲਣਗੇ, ਹੋ ਸਕਦਾ ਇਹ ਕੰਮ ਹੋਰ ਵੀ ਛੇਤੀ ਸਾਰ ਹੋ ਜਾਏ।